ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸਤਿਦ੍ਰਵ ਜੋ ਸ਼ਬਦ ਹੈ ਰਹਿਰਾਸ ਸਾਹਿਬ ਦੇ ਵਿੱਚ ਆਉਂਦਾ। ਰਹਿਰਾਸ ਸਾਹਿਬ ਵਾਲੀ ਚੌਪੀ ਦੇ ਵਿੱਚ ਸਤਿਦ੍ਰਵ ਸ਼ਬਦ ਆਉਂਦਾ, ਉਸ ਦੇ ਅਰਥ ਸਰਵਣ ਕਰਾਂਗੇ। ਰਹਿਰਾਸ ਸਾਹਿਬ ਦੇ ਵਿੱਚ ਜੋ ਚੌਪੀ ਸਾਹਿਬ ਆਉਂਦੀ ਹੈ ਤਾਂ ਸੰਪਰਦਾਈ ਚੌਪੀ ਸਾਹਿਬ ਕਹੋ, ਰਹਿਰਾਸ ਕਹੋ ਜਾਂ ਪ੍ਰਾਚੀਨ ਰਹਿਰਾਸ ਕਹੋ, ਕਿਉਂਕਿ ਅੱਜ ਕੱਲ੍ਹ ਤਾਂ ਰਹਿਰਾਸ ਵੀ ਕਈ ਤਰ੍ਹਾਂ ਦੀ ਹੋ ਗਈ ਹੈ। ਕੋਈ 24 ਪੌੜੀਆਂ ਪੜ੍ਹਦਾ ਰਹਿਰਾਸ ਚੌਪੀ ਸਾਹਿਬ ਦੀਆਂ, ਉਸ ਤੋਂ ਅੱਗੇ ਸਵਈਆ ਪਾਏਂਗੇ ਹੀ ਦੁਆਰਾ ਸਰਦਵਾਰ ਕੋ ਛਾੜ ਕੇ ਤੇ ਫਿਰ ਆਨੰਦ ਸਾਹਿਬ। ਪਰ ਪ੍ਰਾਚੀਨ ਜੋ ਰਹਿਰਾਸ ਸਾਹਿਬ ਹੈ ਉਸ ਦੇ ਵਿੱਚ ਚੌਪੀ ਸਾਹਿਬ ਵੱਡੀ ਦਰਜ ਹੈ। ਵੱਡੀ ਦਰਜ ਮਤਲਬ ਵੀ ਉਹਦੇ ਵਿੱਚ ਦੋਹਰੇ 10ਵੇਂ ਪਾਤਸ਼ਾਹ ਜੀ ਦੇ ਅੰਕਿਤ ਕੀਤੇ ਹੋਏ ਸਨ 10ਵੇਂ ਗ੍ਰੰਥ ਦੇ ਵਿੱਚ, ਜੋ ਹੁਣ ਅੱਜ ਕੱਲ੍ਹ ਕਹਿ ਦਿੰਦੇ ਟਕਸਾਲੀ ਰਹਿਰਾਸ ਹੈ ਜੀ। ਨਹੀਂ, ਸੰਪਰਦਾਈ ਰਹਿਰਾਸ ਆ, ਪ੍ਰਾਚੀਨ ਰਹਿਰਾਸ ਹੈ। ਜਦੋਂ ਮੇਰੀ 8 ਸਾਲ ਦੀ ਉਮਰ ਸੀ 75-76 ਦੇ ਵਿੱਚ, ਉਦੋਂ ਮੈਂ ਗੁਰਬਾਣੀ ਦੀ ਸੰਥਿਆ ਲਈ ਸੀ। ਪਹਿਲਾਂ 5 ਗ੍ਰੰਥੀ, ਫਿਰ 22-12, ਫਿਰ ਭਗਤ ਬਾਣੀ। ਸੋ ਜਿਹੜੀ 5 ਗ੍ਰੰਥੀ ਦੇ ਵਿੱਚੋਂ ਮੈਂ ਸੰਥਿਆ ਲਈ ਸੀ, ਉਸ 5 ਗ੍ਰੰਥੀ ਦੇ ਵਿੱਚ ਸੰਪੂਰਨ ਰਹਿਰਾਸ ਦਰਜ ਹੈ। ਅੱਜ ਵੀ ਸ਼ਾਇਦ 5 ਗ੍ਰੰਥੀ ਦੇ ਵਿੱਚ ਹੋਵੇ, ਪਰ 5 ਗ੍ਰੰਥੀ ਦੇ ਵਿੱਚ ਰਹਿਰਾਸ ਵੱਡੀ ਹੁੰਦੀ ਸੀ। ਰਹਿਰਾਸ ਵੱਡੀ ਮਤਲਬ ਸਵਈਏ ਦੋਹਰੇ 10ਵੇਂ ਪਾਤਸ਼ਾਹ ਜੀ ਦੇ ਦਰਜ ਹੁੰਦੇ ਸਨ ਉਹਦੇ ਵਿੱਚ। ਸੋ ਇਸ ਕਰਕੇ ਉਹਨੂੰ ਪ੍ਰਾਚੀਨ ਰਹਿਰਾਸ ਕਹਿੰਦੇ ਹਾਂ ਆਪਾਂ। ਸੋ ਅੱਜ ਆਪਾਂ ਲੰਮੀ ਵਿਚਾਰ 'ਚ ਨਾ ਜਾਈਏ, ਜਿਹੜਾ ਆਪਾਂ ਅਰਥ ਕਰਨਾ ਉਸ ਪਾਸੇ ਧਿਆਨ ਦਿੰਦੇ ਹਾਂ। 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਚੌਪੀ ਸਾਹਿਬ ਤੇ ਦੋਹਰਾ ਰਹਿਰਾਸ ਵਿੱਚ ਜੋ ਆਉਂਦਾ, ਵੱਡੀ ਰਹਿਰਾਸ ਵਿੱਚ, ਉੱਥੇ ਸਤਿਦ੍ਰਵ ਸ਼ਬਦ ਆਉਂਦਾ, ਉਸ ਦੀ ਵਿਚਾਰ ਕਰਾਂਗੇ ਅੱਜ ਆਪਾਂ। ਸਤਿਦ੍ਰਵ ਦਾ ਅਰਥ ਹੈ 100 ਧਾਰਾ ਵਿੱਚ ਵਹਿਣ ਵਾਲਾ ਸਤਲੁਜ ਦਰਿਆ। 100 ਧਾਰਾਵਾਂ ਦੇ ਵਿੱਚ ਵਹਿਣ ਵਾਲਾ ਸਤਲੁਜ ਦਰਿਆ। 10ਵੇਂ ਗ੍ਰੰਥ ਦੇ ਵਿੱਚ ਇਹ ਜੋ ਦੋਹਰੇ ਆਪਾਂ ਚੌਪੀ ਸਾਹਿਬ ਪੜ੍ਹਾਂਗੇ ਦਰਜ ਹੈ, ਤੇ ਆਪਾਂ ਪ੍ਰਮਾਣ ਲੈਂਦੇ ਹਾਂ ਪਹਿਲਾਂ ਸ਼ੁਰੂ ਦੇ ਵਿੱਚ। 10ਵੇਂ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਤੀਰ ਸਤਿਦ੍ਰਵ ਗ੍ਰੰਥ ਸੁਧਾਰਾ। ਇੱਕ ਇਹ ਸ਼ਬਦ ਆਉਂਦਾ ਰਹਿਰਾਸ ਦੇ ਵਿੱਚ, ਵੱਡੀ ਰਹਿਰਾਸ ਦੇ ਵਿੱਚ, ਜਿਹਦੇ ਵਿੱਚ 10ਵੇਂ ਪਾਤਸ਼ਾਹ ਜੀ ਦੇ ਦੋਹਰੇ ਤੇ ਚੌਪੀ ਦਰਜ ਹੈ। ਇੱਕ ਸ਼ਬਦ ਆਉਂਦਾ ਸਤਿਦ੍ਰਵ ਤੀਰ ਤਰੰਗ। ਇੱਕ ਸ਼ਬਦ ਆਉਂਦਾ ਤੀਰ ਸਤਿਦ੍ਰਵ ਗ੍ਰੰਥ ਸੁਧਾਰਾ, ਤੇ ਦੂਜਾ ਆਉਂਦਾ ਤੀਰ ਪਹਿਲਾ ਹੈਗਾ ਤੀਰ ਸਤਿਦ੍ਰਵ ਗ੍ਰੰਥ ਸੁਧਾਰਾ, ਤੇ ਦੂਜਾ ਹੈਗਾ ਸਤਿਦ੍ਰਵ ਤੀਰ ਤਰੰਗ। ਇਹ 2 ਸ਼ਬਦ ਆਉਂਦੇ ਆ। ਸਤਿਦ੍ਰਵ ਦਾ ਅਰਥ ਕੀ ਹੁੰਦਾ ਹੈ? ਸੇ ਸ਼ਬਦ ਕਿੱਥੋਂ ਆਇਆ? ਸਤਿਦ੍ਰਵ ਸ਼ਬਦ ਜੋ ਹੈ ਇਹ ਸੰਸਕ੍ਰਿਤ ਦੇ ਸ਼ਤਦ੍ਰਵ ਸ਼ਬਦ ਤੋਂ ਬਣਿਆ। ਅਸਲੀ ਸ਼ਬਦ ਹੈ ਇਹ ਸ਼ਤਦ੍ਰਵ, ਪਰ ਇਸ ਨੂੰ ਗੁਰਮੁਖੀ ਦੇ ਵਿੱਚ ਜਾਂ ਗੁਰਸਿੱਖੀ ਦੇ ਵਿੱਚ ਸਤਿਦ੍ਰਵ ਕਰਕੇ ਉਚਾਰਨ ਕੀਤਾ ਜਾਂਦਾ। ਸ਼ ਨਹੀਂ, ਸ ਕਰਕੇ ਸਤਿਦ੍ਰਵ ਇਸ ਤਰ੍ਹਾਂ ਉਚਾਰਨ ਕੀਤਾ ਜਾਂਦਾ। ਸੰਸਕ੍ਰਿਤ ਦੇ ਵਿੱਚ ਇਹ ਲਿਖਿਆ ਹੋਇਆ ਸ਼ਤਦ੍ਰਵ, ਕਿਉਂਕਿ ਸਤਿਗੁਰਾਂ ਜੀ ਨੇ ਜਿਵੇਂ ਜਿਵੇਂ ਲਿਖਿਆ ਨਾ, ਆਪਾਂ ਉਵੇਂ ਪੜ੍ਹਦੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਵਈਆਂ ਦੇ ਵਿੱਚ ਲਿਖਿਆ, ਸਰਾਵਗ ਸੁਧ ਸਮੂਹ ਸਿਧਾਨ ਕੇ, ਸਰਾਵਗ ਸੁਧ ਸਮੂਹ ਸਿਧਾਨ ਕੇ।
ਬਟ ਜਿਹੜਾ ਸਰਾਵਕ ਸ਼ਬਦ ਇੱਥੇ ਗੁਰੂ ਜੀ ਨੇ ਗੱਗਾ ਵਰਤਿਆ, ਸਰਾਵਕ, ਪਰ ਸੰਸਕ੍ਰਿਤ ਦਾ ਇਹ ਅਸਲੀ ਸ਼ਬਦ ਹੈ ਸਰਾਵਕ। ਕੱਕਾ ਸ਼ਬਦ ਵਰਤਿਆ ਜਾਂਦਾ ਹੈ ਸੰਸਕ੍ਰਿਤ ਦੇ ਵਿੱਚ, ਸਰਾਵਕ। ਸੋ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਨੇ ਸ਼ ਦੀ ਥਾਂ 'ਤੇ ਸ ਵਰਤਿਆ। ਜਿਵੇਂ ਸਵਈਆਂ ਵਿੱਚ ਕੱਕੇ ਦੀ ਥਾਂ 'ਤੇ ਗੱਗਾ ਵਰਤਿਆ, ਉਵੇਂ ਇੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸ਼ਤਦ੍ਰਵ ਦੀ ਥਾਂ 'ਤੇ ਸਤਦ੍ਰਵ ਸ਼ਬਦ ਦੀ ਵਰਤੋਂ ਕੀਤੀ ਹੈ। ਸੋ ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਦੇ ਸ਼ਤਦ੍ਰਵ ਤੋਂ ਸਤਦ੍ਰਵ ਸ਼ਬਦ ਬਣਿਆ। ਸੋ ਸ਼ਤਦ੍ਰਵ ਦਾ ਅੱਖਰੀ ਅਰਥ ਇਵੇਂ ਬਣਦਾ ਹੈ, ਸਤਦ੍ਰਵ ਦਾ ਅੱਖਰੀ ਅਰਥ ਇਸ ਪ੍ਰਕਾਰ ਹੈ। ਸ ਮਤਲਬ 100, ਤ ਮਤਲਬ ਧਾਰਾ, 100 ਤਰ੍ਹਾਂ ਦੀ ਧਾਰਾ, ਤ ਦਾ ਮਤਲਬ ਤਰਾ ਜਾਂ ਧਾਰਾ, ਸ ਮਤਲਬ 100, ਤ ਮਤਲਬ ਤਰ੍ਹਾਂ ਜਾਂ ਧਾਰਾ। ਫਿਰ ਦ੍ਰਵ ਦਾ ਮਤਲਬ ਹੈ ਤਰਲ ਪਦਾਰਥ। ਦ੍ਰਵ ਮੀਨਸ ਤਰਲ ਪਦਾਰਥ, ਮੀਨਸ ਲਿਕੁਇਡ, ਪਾਣੀ, ਪਾਣੀ ਦੀ ਵਗਣ ਵਾਲੀ ਧਾਰਾ, ਦ੍ਰਵ, ਪਾਣੀ ਦੀ ਧਾਰਾ। ਸੋ ਇਸ ਦਾ ਅਰਥ ਇਵੇਂ ਬਣੂਗਾ ਸਤਦ੍ਰਵ ਦਾ ਵੀ 100 ਧਾਰਾਵਾਂ ਦੇ ਵਿੱਚ ਵਗਣ ਵਾਲਾ ਪਾਣੀ, 100 ਧਾਰਾਵਾਂ ਦੇ ਵਿੱਚ ਵਗਣ ਵਾਲਾ ਪਾਣੀ, ਜਾਂ ਇੱਦਾਂ ਕਹਿ ਲਓ 100 ਹਿੱਸਿਆਂ ਵਿੱਚ ਵਗਣ ਵਾਲਾ ਪਾਣੀ। ਸਤਦ੍ਰਵ ਮੀਨਸ 100 ਹਿੱਸਿਆਂ ਵਿੱਚ ਵਗਣ ਵਾਲਾ ਪਾਣੀ, ਜਾਂ ਇੱਦਾਂ ਕਹਿ ਲਓ 100 ਧਾਰਾਵਾਂ ਵਿੱਚ ਵਗਣ ਵਾਲਾ ਪਾਣੀ। ਸਤਦ੍ਰਵ ਦਾ ਅਰਥ, ਅੱਖਰੀ ਅਰਥ ਇੱਦਾਂ ਬਣਦਾ। ਸੋ ਸਤਦ੍ਰਵ ਦਾ ਦੂਜਾ ਅਰਥ ਹੈ ਸਤ ਮੀਨਸ ਸਤਲੁਜ, ਦ੍ਰਵ ਮੀਨਸ ਦਰਿਆ, ਵ ਮੀਨਸ ਵਗਦਾ। ਸਤਦ੍ਰਵ, ਸਤ ਮੀਨਸ ਸਤਲੁਜ, ਦ੍ਰਵ ਮੀਨਸ ਦਰਿਆ, ਵ ਮੀਨਸ ਵਗਦਾ। ਸਤਦ੍ਰਵ ਵਗਦਾ ਹੋਇਆ ਸਤਲੁਜ ਦਰਿਆ, ਇੱਕ ਅਰਥ ਇਹਦਾ ਇਹ ਵੀ ਬਣਦਾ। ਇਸ ਦੇ ਪਿੱਛੇ ਜੋ ਸਤਲੁਜ ਦਰਿਆ ਹੈ, ਇਸ ਦੀ ਇੱਕ ਪੁਰਾਣਾ ਦੇ ਵਿੱਚ ਕਥਾ ਆਉਂਦੀ ਹੈ। ਪੁਰਾਣਾ ਦੀ ਮੱਤ ਦੇ ਅਨੁਸਾਰ ਜਦੋਂ ਵਿਸ਼ਵਾਮਿੱਤਰ ਨੇ ਵਸ਼ਿਸ਼ਟ ਜੀ ਦੇ 100 ਪੁੱਤਰਾਂ ਨੂੰ ਮਾਰ ਦਿੱਤਾ, ਤਾਂ ਵਸ਼ਿਸ਼ਟ ਜੀ ਪੁੱਤਰਾਂ ਦੇ ਵਿਯੋਗ ਅਧੀਨ ਹੋ ਕੇ, ਪੁੱਤਰਾਂ ਦੇ ਮਰਨ ਦੇ ਦੁੱਖ ਕਰਕੇ ਸਤਲੁਜ ਦਰਿਆ ਦੇ ਵਿੱਚ ਡੁੱਬ ਕੇ ਮਰਨ ਲੱਗੇ। ਜਦੋਂ ਵਿਸ਼ਵਾਮਿੱਤਰ ਨੇ ਵਸ਼ਿਸ਼ਟ ਜੀ ਦੇ 100 ਪੁੱਤਰ ਮਾਰ ਦਿੱਤੇ, ਤਾਂ ਵਸ਼ਿਸ਼ਟ ਜੀ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਤੇ ਉਹ ਆਪਦੇ ਪੁੱਤਰਾਂ ਦੀ ਮੌਤ ਦੇ ਦੁੱਖ ਨੂੰ ਸਹਾਰ ਨਾ ਸਕਿਆ। ਇਸ ਕਰਕੇ ਵਸ਼ਿਸ਼ਟ ਜੀ ਸਤਲੁਜ ਦਰਿਆ ਵਿੱਚ ਡੁੱਬ ਕੇ ਮਰਨ ਲੱਗੇ। ਤਾਂ ਦਰਿਆ 100 ਹਿੱਸਿਆਂ ਵਿੱਚ ਹੋ ਕੇ ਵਗਣ ਲੱਗਿਆ। ਜਦੋਂ ਵਸ਼ਿਸ਼ਟ ਰਿਸ਼ੀ ਜੀ ਸਤਲੁਜ ਦਰਿਆ ਦੇ ਵਿੱਚ ਡੁੱਬ ਕੇ ਮਰਨ ਲੱਗੇ, ਤਾਂ ਜਿਹੜਾ ਸਤਲੁਜ ਦਰਿਆ ਸੀ ਉਸਨੇ ਆਪਣੇ ਪਾਣੀ ਨੂੰ ਡਿਵਾਈਡ ਕਰ ਲਿਆ, 100 ਹਿੱਸਿਆਂ ਦੇ ਵਿੱਚ ਕਰ ਲਿਆ, ਅਤੇ ਉਹ 100 ਹਿੱਸਿਆਂ ਦੇ ਵਿੱਚ ਹੋ ਕੇ ਵਗਣ ਲੱਗਾ। ਜਦੋਂ ਬਹੁਤ ਪਾਣੀ ਇੱਕ ਥਾਂ 'ਤੇ ਇਕੱਠਾ ਹੋਵੇ ਤਾਂ ਉਹ ਬਹੁਤ ਡੂੰਘਾ ਹੋ ਜਾਂਦਾ। ਫਿਰ ਉਹਦੇ ਜਦੋਂ ਕਿੰਨੇ ਹੀ ਪਾਰਟ ਹੋ ਗਏ, ਪਾਣੀ ਖਿਲਰ ਗਿਆ, ਉਹਦੀ ਡੂੰਘਾਈ ਖਤਮ ਹੋ ਗਈ, ਜਿਹਦੇ ਵਿੱਚ ਬੰਦਾ ਡੁੱਬ ਨਹੀਂ ਸਕਦਾ। ਤਾਂ ਜਿਹੜਾ ਸਤਲੁਜ ਦਰਿਆ ਸੀ 100 ਹਿੱਸਿਆਂ ਦੇ ਵਿੱਚ ਹੋ ਕੇ ਵਗਣ ਲੱਗ ਪਿਆ, ਅਤੇ ਉਸਨੇ ਰਿਸ਼ੀ ਨੂੰ ਆਪਣੇ ਵਿੱਚ ਨਾ ਡੁਬੋਇਆ। ਸਤਦ੍ਰਵ 100 ਹਿੱਸਿਆਂ ਵਿੱਚ ਵਗਣ ਵਾਲਾ ਸਤਲੁਜ ਦਰਿਆ, ਸਤਦ੍ਰਵ। ਸੋ ਇਹ ਜੋ ਸਤਲੁਜ ਦਰਿਆ ਹੈ ਨਾ, ਇਹ ਤਿੱਬਤ ਵਿੱਚ ਮਾਨ ਸਰੋਵਰ ਦੇ ਨਾਲ ਲੱਗਦੇ ਰਾਵਣ ਰੱਦ ਸਰੋਵਰ ਦੇ ਕੋਲੋਂ ਨਿਕਲਦਾ। ਜਿੱਥੇ ਮਾਨ ਸਰੋਵਰ ਹੈ ਨਾ,
ਤਿੱਬਤ ਦੇ ਵਿੱਚ ਮਾਨਸਰੋਵਰ ਸੁਣਿਆ। ਪ੍ਰਾਚੀਨ ਕਥਾ ਕਹਾਣੀ ਹੈ ਕਿ ਮਾਨਸਰੋਵਰ ਦੇ ਕੰਢੇ 'ਤੇ ਹੰਸ ਰਹਿੰਦੇ ਆ, ਮੋਤੀ ਖਾਂਦੇ ਆ, ਉੱਥੇ ਮੋਤੀ ਨਿਕਲਦੇ ਆ। ਮਾਨਸਰੋਵਰ ਮੋਤੀਆਂ ਦੀਆਂ ਛੱਲਾਂ ਮਾਰਦਾ ਉਹਨਾਂ ਨੂੰ ਖਾਣਾ ਦੇਣ ਵਾਸਤੇ। ਸੋ ਉਹ ਤਿੱਬਤ ਦੇ ਵਿੱਚ ਪੈਂਦਾ। ਸੋ ਤਿੱਬਤ ਦੇ ਵਿੱਚ ਜਿਹੜਾ ਮਾਨਸਰੋਵਰ ਹੈ ਨਾ, ਅਤੇ ਮਾਨਸਰੋਵਰ ਦੇ ਨਾਲ ਇੱਕ ਸਰੋਵਰ ਹੋਰ ਹੈ, ਉਸ ਸਰੋਵਰ ਦਾ ਨਾਮ ਹੈ ਰਾਵਣ ਰੱਧ ਸਰੋਵਰ। ਅਤੇ ਰਾਵਣ ਰੱਧ ਸਰੋਵਰ ਜੋ ਹੈ ਉਹਦੇ ਕੋਲੋਂ ਹੀ ਇਹ ਸਤਲੁਜ ਦਰਿਆ ਦੀ ਧਾਰਾ ਨਿਕਲਦੀ ਹੈ। ਰਾਵਣ ਰੱਧ ਸਰੋਵਰ ਦੇ ਕੋਲੋਂ ਹੀ ਸਤਲੁਜ ਦਰਿਆ ਦੀ ਧਾਰਾ ਨਿਕਲਦੀ ਹੈ। ਸੇ ਇਹ ਧਾਰਾ ਉੱਥੋਂ ਮਾਨਸਰੋਵਰ ਦੇ ਕੋਲੋਂ ਚੱਲ ਕੇ ਕੁੱਲੂ ਮੰਡੀ ਹੁੰਦੀ ਹੋਈ, ਫਿਰ ਬਿਲਾਸਪੁਰ ਹੁੰਦੀ ਹੋਈ ਆਨੰਦਪੁਰ ਸਾਹਿਬ ਪਹੁੰਚ ਜਾਂਦੀ ਹੈ। ਆਨੰਦਪੁਰ ਤੋਂ ਰੋਪੜ ਹੁੰਦੀ ਹੋਈ ਅਤੇ ਰੋਪੜ ਤੋਂ ਫਿਰੋਜ਼ਪੁਰ ਹੁੰਦੀ ਹੋਈ ਅਤੇ ਫਿਰੋਜ਼ਪੁਰ ਤੋਂ ਮੁਜ਼ੱਫਰਗੜ੍ਹ ਜੋ ਪਾਕਿਸਤਾਨ ਦੇ ਵਿੱਚ ਹੈ। ਫਿਰੋਜ਼ਪੁਰ ਤੋਂ ਮੁਜ਼ੱਫਰਗੜ੍ਹ ਪਾਕਿਸਤਾਨ ਤੋਂ ਹੁੰਦਾ ਹੋਇਆ ਇਹ ਦਰਿਆ ਅੱਗੇ ਜਾ ਕੇ ਸਿੰਧ ਦਰਿਆ ਨਾਲ ਮਿਲ ਜਾਂਦਾ ਹੈ। ਤਿੱਬਤ ਤੋਂ ਚੱਲਦਾ ਦਰਿਆ ਇਹਦਾ ਨਾਮ ਸਤਲੁਜ ਰੱਖਿਆ। ਇਹ ਧਾਰਾ ਦਾ ਨਾਮ ਸਤਲੁਜ ਹੈ, ਜੋ ਮਾਨਸਰੋਵਰ ਦੇ ਲਾਗੋਂ ਰਾਵਣ ਰੱਧ ਸਰੋਵਰ ਕੋਲੋਂ ਨਿਕਲਦੀ ਹੈ ਧਾਰਾ। ਤਾਂ ਇਸ ਦਾ ਥੱਲੇ ਆ ਕੇ ਫਿਰ ਸਤਲੁਜ ਦਰਿਆ ਨਾਮ ਪੈ ਗਿਆ। ਇਹ ਉੱਥੋਂ ਚੱਲ ਕੇ ਰਾਵਣ ਰੱਧ ਸਰੋਵਰ ਕੋਲੋਂ ਚੱਲ ਕੇ ਫਿਰ ਕੁੱਲੂ ਮੰਡੀ, ਬਿਲਾਸਪੁਰ, ਆਨੰਦਪੁਰ ਸਾਹਿਬ, ਰੋਪੜ, ਫਿਰੋਜ਼ਪੁਰ ਅਤੇ ਮੁਜ਼ੱਫਰਗੜ੍ਹ ਪਾਕਿਸਤਾਨ ਤੋਂ ਹੁੰਦਾ ਹੋਇਆ ਇਹ ਦਰਿਆ ਅੱਗੇ ਜਾ ਕੇ ਦਰਿਆ ਸਿੰਧ ਨਾਲ ਮਿਲ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੇ ਸਤਿਦ੍ਰਵ ਸ਼ਬਦ ਬਾਰੇ ਲਿਖਤ ਪ੍ਰਮਾਣ ਇਸ ਪ੍ਰਕਾਰ ਹਨ। ਪਹਿਲਾ ਪ੍ਰਮਾਣ ਚੌਪੀ ਦੇ ਰੂਪ ਵਿੱਚ ਹੈ। ਸੰਮਤ 17 ਸਹਿਸ 55 ਹਾੜਵਦੀ ਪ੍ਰਿਥਮ ਸੁਖਦਾਵਨਾ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੋ ਲਿਹੋ ਸੁਧਾਰਾ। ਠੀਕ ਹੈ, ਇਹ ਜਿਹੜਾ ਚੌਪੀ ਸਾਹਿਬ ਹੈ, ਇਹ 24 ਅਵਤਾਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗ੍ਰੰਥ ਹੈ 24 ਅਵਤਾਰ, ਇਹ ਪਦਾ ਚੌਪੀ ਸਾਹਿਬ ਦਾ ਉਹਦੇ ਵਿੱਚ ਦਰਜ ਹੈ। ਇਹ ਪਦੇ ਦੀ ਪੌੜੀ ਨੰਬਰ ਹੈ 860। 860ਵੀਂ ਪੌੜੀ ਹੈ ਇਹ 24 ਅਵਤਾਰ ਦੀ ਚੌਪਈ ਜੋ ਹੈ। ਸੋ ਆਪਾਂ ਦੁਬਾਰਾ ਰਿਪੀਟ ਕਰਦੇ ਹਾਂ। ਸੰਮਤ 17 ਸਹਿਸ 55 ਹਾੜਵਦੀ ਪ੍ਰਿਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੋ ਲਿਹੋ ਸੁਧਾਰਾ। ਸੋ ਇਹ ਡਿਟੇਲ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਸੰਮਤ ਦਾ ਮਤਲਬ ਹੋ ਗਿਆ ਸੰਮਤ ਜਾਂ ਸਾਲ। 17 ਹੈ ਮਤਲਬ 17। ਸਹਿਸ ਮੀਨਸ 100। 55 ਮੀਨਸ 55। ਠੀਕ ਹੈ। ਸੰਮਤ ਮਤਲਬ ਸੰਮਤ ਜਾਂ ਸਾਲ। 17 ਮਤਲਬ 17। ਸਹਿਸ ਮਤਲਬ 100। 55 ਮੀਨਸ ਮਤਲਬ 55। ਕਿੰਨਾ ਬਣ ਗਿਆ? 1755। ਇਹ ਬਿਕਰਮੀ ਸੰਮਤ ਹੈ, ਦੇਸੀ ਸਾਲ ਆ, ਏੜੀ ਸਨ ਨਹੀਂ ਆ, ਈਸਵੀ ਸਨ ਨਹੀਂ, ਦੇਸੀ ਸਾਲ ਆ ਸੰਮਤ। ਪੰਜਾਬੀ 'ਚ ਆਪਾਂ ਆਮ ਬੋਲਣ 'ਚ ਸੰਮਤ ਕਹਿੰਦੇ, ਗੁਰੂ ਸਾਹਿਬ ਜੀ ਨੇ ਬੱਬਾ ਵਰਤਿਆ ਇੱਥੇ ਸੰਬਤ ਵਰਤਿਆ ਗੁਰੂ ਜੀ ਨੇ। ਸੋ 1700 ਸੰਮਤ, 17 ਸਹਿਸ 1755 55 1755। ਠੀਕ ਹੈ। ਅੱਗੇ ਆਉਂਦਾ ਹਾੜ। ਹਾੜ ਮਤਲਬ ਹਾੜ ਦਾ ਮਹੀਨਾ। ਹਾੜਵਦੀ ਇਕੱਠਾ ਸ਼ਬਦ ਹਾੜਵਦੀ ਪ੍ਰਿਥਮ ਸੁਖਦਾਵਨਾ, ਪਰ ਹਾੜ ਤੇ ਵਦੀ ਦਾ ਵੱਖਰਾ ਵੱਖਰਾ ਅਰਥ ਬਣੂਗਾ। ਹਾੜ ਮੀਨਸ ਹਾੜ ਦਾ ਮਹੀਨਾ, ਵਦੀ ਮੀਨਸ ਵਦੀ ਪ੍ਰਿਥਮ ਮਤਲਬ ਇੱਕ,
ਵਦੀ ਮੀਨਸ ਪੱਖ ਦਾ ਜੋ ਪੱਖ ਹੁੰਦਾ ਪੁੰਨਿਆਂ ਤੋਂ ਇੱਕ ਦਿਨ ਬਾਅਦ। ਦੋ ਪੱਖ ਹੁੰਦੇ ਆ ਨਾ, ਜਿਹੜਾ ਪੁਰਾਣਾ ਮਹੀਨਾ ਸੀ ਪੱਖਾਂ ਦੇ ਹਿਸਾਬ ਨਾਲ ਮਹੀਨਾ ਹੁੰਦਾ, ਵਦੀ ਤੇ ਸੁਦੀ ਪੱਖ ਦੇ ਹਿਸਾਬ ਨਾਲ ਚੱਲਦਾ, ਮੱਸਿਆ ਤੇ ਪੂਰਨਮਾਸ਼ੀ ਦੇ ਹਿਸਾਬ ਨਾਲ ਵਦੀ ਤੇ ਸੁਦੀ। ਵਦੀ ਕਹਿੰਦੇ ਆ ਅਸੀਂ ਪੁੰਨਿਆਂ ਤੋਂ ਬਾਅਦ ਵਾਲੇ ਦਿਨ ਜਿਹੜੇ ਹੁੰਦੇ ਆ ਉਹ ਵਦੀ ਪੱਖ ਦੇ ਹੁੰਦੇ ਆ, ਮੱਸਿਆ ਤੋਂ ਬਾਅਦ ਵਾਲੇ ਦਿਨ ਜਿਹੜੇ ਹੁੰਦੇ ਸੁਦੀ ਪੱਖ ਦੇ ਹੁੰਦੇ ਆ। 15 ਦਿਨ ਸੁਦੀ ਪੱਖ ਦੇ, 15 ਦਿਨ ਵਦੀ ਪੱਖ ਦੇ, ਫਿਰ ਪੂਰਨਮਾਸ਼ੀ ਨੂੰ ਮਹੀਨਾ ਪੂਰਾ ਹੋ ਜਾਂਦਾ। ਇਸ ਤਰ੍ਹਾਂ ਤਾਈਓ ਪੂਰਨਮਾਸ਼ੀ ਮਨਾਈ ਜਾਂਦੀ ਹੈ, ਮਹੀਨਾ ਮਨਾਉਂਦੇ ਮਤਲਬ। ਸੋ ਵਦੀ ਪ੍ਰਥਮ, ਵਦੀ ਪ੍ਰਥਮ ਦਾ ਮਤਲਬ ਗਿਆ ਵਦੀ ਪੱਖ ਦੀ ਇੱਕ, ਪੁੰਨਿਆਂ ਤੋਂ ਇੱਕ ਦਿਨ ਬਾਅਦ। ਤੇ ਇਸ ਦਾ ਮਤਲਬ ਹੋ ਗਿਆ ਕਿ ਪੁੰਨਿਆਂ ਤੋਂ ਇੱਕ ਦਿਨ ਮਗਰੋਂ ਦਾ ਸ਼ੁਭ ਦਿਨ 1755 ਹਾੜ ਵਦੀ ਇੱਕ। ਹੁਣ ਪੂਰਾ ਪੜ੍ਹੀਏ ਆਪਾਂ। ਸੰਮਤ ਮਤਲਬ 1755 ਹਾੜ ਵਦੀ ਇੱਕ, ਇਸ ਤਰ੍ਹਾਂ ਇਹਦਾ ਅਰਥ ਬਣਦਾ। ਸੰਮਤ 17 ਸਹਿਸ 55 ਹਾੜ ਵਦੀ ਪ੍ਰਥਮ ਸੁਖਦਾਵਨ। ਸੁਖਦਾਵਨ ਮਤਲਬ ਸ਼ੁਭ ਦਿਨ। ਸੋ ਇਸ ਤਰ੍ਹਾਂ ਇਹਦਾ ਅਰਥ ਬਣ ਗਿਆ। ਫਿਰ ਅੱਗੇ ਆਉਂਦਾ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ। ਮਤਲਬ ਤਵਾ ਪ੍ਰਸਾਦ ਮਤਲਬ ਤੇਰੀ ਕਿਰਪਾ ਨਾਲ ਗ੍ਰੰਥ ਸੁਧਾਰਾ, ਮਤਲਬ ਗ੍ਰੰਥ ਵਿਚਾਰ ਕੇ ਲਿਖਿਆ। ਭੂਲ ਭਰੀ ਮਤਲਬ ਜੇ ਕੋਈ ਭੁੱਲ ਹੋ ਗਈ ਹੋਵੇ, ਸੁਧਾਰਾ ਸੁਧਾਰ ਕੇ ਵਿਚਾਰ ਕੇ ਸਹੀ ਕਰ ਲੈਣੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ 24 ਅਵਤਾਰ ਗ੍ਰੰਥ ਦੀ ਸੰਪੂਰਨਤਾ ਕੀਤੀ ਤਾਂ ਉਹਦੇ ਅਖੀਰ ਦੇ ਵਿੱਚ ਇਹ ਪੰਗਤੀਆਂ ਲਿਖੀਆਂ। ਸੰਮਤ 17 ਸਹਿਸ 55 ਡਿਟੇਲ ਦਿੱਤੀ ਵੀ ਕਦੋਂ ਉਹ ਗ੍ਰੰਥ ਪੂਰਾ ਹੋਇਆ, ਕਿੰਨੀ ਤਰੀਕ ਸੀ, ਕਿਹੜਾ ਦਿਨ ਸੀਗਾ, ਕਿਹੜਾ ਸਾਲ ਸੀ। ਗੁਰੂ ਜੀ ਨੇ ਇਹ ਐਡ ਕੀਤਾ, ਲਾਸਟ ਤੇ ਨੋਟ ਪਾਇਆ ਹੋਇਆ। ਤਾਂ ਜਿਸ ਦਿਨ 24 ਅਵਤਾਰ ਗ੍ਰੰਥ ਸੰਪੂਰਨ ਹੋਇਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲਿਖਿਆ, ਤਾਂ ਉਸ ਦਿਨ 1755 ਸਾਲ ਸੀਗਾ ਤੇ ਹਾੜ ਵਦੀ ਇੱਕ ਸੀ। ਤਾਂ ਫਿਰ ਗੁਰੂ ਸਾਹਿਬ ਜੀ ਨਾਲ ਹੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆ, ਕਹਿੰਦੇ ਹੇ ਵਾਹਿਗੁਰੂ ਜੀ, ਤਵਾ ਪ੍ਰਸਾਦ ਤੇਰੀ ਕਿਰਪਾ ਨਾਲ ਇਹ ਗ੍ਰੰਥ ਵਿਚਾਰ ਕੇ ਲਿਖਿਆ, ਸੁਧਾਰਾ ਗ੍ਰੰਥ ਸੁਧਾਰਾ। ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ, ਤੇਰੀ ਕਿਰਪਾ ਨਾਲ ਗ੍ਰੰਥ ਵਿਚਾਰ ਕੇ ਲਿਖਿਆ। ਭੂਲ ਭਰੀ ਲਹੁ ਲਿਓ ਸੁਧਾਰਾ। ਭੂਲ ਭਰੀ ਮਤਲਬ ਜੇ ਕੋਈ ਭੁੱਲ ਹੋ ਗਈ ਹੋਵੇ, ਲਹੁ ਲਿਓ ਸੁਧਾਰਾ ਮਤਲਬ ਸੁਧਾਰ ਕੇ ਵਿਚਾਰ ਕੇ ਸਹੀ ਕਰ ਲੈਣੀ। ਤਾਂ ਆਪਾਂ ਲਹੁ ਲਿਓ ਸੁਧਾਰਾ ਦਾ ਮਤਲਬ ਉਹੀ ਹੋ ਗਿਆ, ਸੁਧਾਰ ਕੇ ਤੇ ਵਿਚਾਰ ਕੇ ਪ੍ਰਵਾਨ ਕਰ ਲੈਣਾ। ਤਾਂ ਇਸ ਦਾ ਅਰਥ ਭਾਵ ਅਰਥ ਹੈ ਕਿ ਤੇਰੀ ਕਿਰਪਾ ਨਾਲ ਇਸ ਗ੍ਰੰਥ ਨੂੰ ਵਿਚਾਰ ਕੇ ਲਿਖਿਆ ਹੈ। ਜੇ ਕੋਈ ਮੇਰੇ ਕੋਲੋਂ ਲਿਖਣ ਲੱਗਿਆਂ ਭੁੱਲ ਹੋ ਗਈ ਹੋਵੇ ਤਾਂ ਹੇ ਵਾਹਿਗੁਰੂ ਤੁਸੀਂ ਸੁਧਾਰ ਕੇ ਵਿਚਾਰ ਕੇ ਪ੍ਰਵਾਨ ਕਰ ਲੈਣੀ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ। ਸੋ ਇਹ ਰਾਮਾ ਅਵਤਾਰ ਗ੍ਰੰਥ ਦੀ ਗਾਥਾ 24 ਅਵਤਾਰਾਂ ਦੇ ਵਿੱਚੋਂ ਜਦੋਂ ਰਾਮਾ ਦਾ ਅਵਤਾਰ ਗ੍ਰੰਥ ਸੰਪੂਰਨ ਹੋਇਆ, ਉਹਦੀ ਲਾਸਟ ਵਾਲੇ ਅਵਤਾਰ ਦੀ ਗਾਥਾ ਜੋ ਕੀਤੀ, ਤਾਂ ਰਾਮਾ ਅਵਤਾਰ ਗ੍ਰੰਥ ਦੀ ਗਾਥਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਬਿਕਰਮੀ ਸੰਮਤ 1755 1755 ਹੜਵਦੀ ਏਕਮ ਨੂੰ ਦਰਿਆ ਦੇ ਕਿਨਾਰੇ ਬੈਠ ਕੇ ਲਿਖੀ ਅਤੇ ਪੂਰੀ ਕੀਤੀ, ਜਿਸ ਦਾ ਕਲਗੀਧਰ ਪਾਤਸ਼ਾਹ ਜੀ ਅੱਗੇ ਪ੍ਰਮਾਣ ਇਸ ਪ੍ਰਕਾਰ ਦਿੰਦੇ ਆ। ਉਸ ਜਗ੍ਹਾ ਦੀ ਡਿਟੇਲ ਦੱਸਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੈਠ ਕੇ ਇਹ ਗ੍ਰੰਥ ਪੂਰਾ ਕੀਤਾ। ਰਾਮਾ ਅਵਤਾਰ ਦੋਹਰਾ, ਉਹ ਪਹਿਲਾਂ ਚੌਪੀ ਸੀਗੀ, ਇਹ ਦੋਹਰਾ
ਸੋ ਚੌਪੀ ਦੇ ਜਿਹੜਾ ਪੌੜੀ ਨੰਬਰ ਹੈਗਾ 860 ਅਤੇ ਫਿਰ ਚੌਪੀ ਤੋਂ ਬਾਅਦ ਆ ਜਾਂਦਾ ਦੋਹਰਾ, ਇਸ ਦਾ ਨੰਬਰ ਹੈਗਾ 861। ਪੌੜੀ ਨੰਬਰ 861 ਉਹ ਹੈਗਾ ਸੰਮਤ 1755। ਇਸ ਚੌਪੀ ਦੀ ਪੌੜੀ ਨੰਬਰ 860। ਅਤੇ ਆਹ ਜਿਹੜਾ ਦੋਹਰਾ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਨੇਤਰ ਤੁੰਕੇ ਚਰਨ ਤਰ ਸਤਿਦ੍ਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ। ਇਹ 24 ਅਵਤਾਰ ਦੀ ਬਾਣੀ ਹੈ, ਕਲਗੀਧਰ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਤੋ ਇਸ ਦੋਹਰੇ ਦੀ ਪੌੜੀ ਨੰਬਰ ਹੈਗਾ 861। ਅਤੇ ਪਹਿਲਾਂ ਜੋ ਚੌਪੀ ਗੁਰੂ ਜੀ ਨੇ ਉਚਾਰਨ ਕੀਤੀ ਸੰਮਤ 1755 ਉਹ ਹੈਗੀ 860। 860 ਅਤੇ 861 24 ਅਵਤਾਰ ਵਾਲੀ ਬਾਣੀ ਦੇ ਵਿੱਚ ਇਕੱਠੀਆਂ ਲਿਖੀਆਂ ਹੋਈਆਂ। ਨੇਤਰ ਤੁੰਕੇ ਚਰਨ ਤਰ ਸਤਿਦ੍ਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ। ਇਹਦਾ ਅਰਥ ਇਵੇਂ ਬਣਦਾ, ਪਦ ਅਰਥ ਨੇਤਰ ਤੁੰਗ। ਨੇਤਰ ਤੁੰਗ ਦਾ ਅਰਥ ਹੈ ਦੁਰਗਾ ਦੇਵੀ ਦੀਆਂ ਅੱਖਾਂ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਅਰਥ ਕੀਤੇ ਆ, ਨੇਤਰ ਤੁੰਗ ਦੁਰਗਾ ਦੇਵੀ ਦੀਆਂ ਅੱਖਾਂ। ਜਿੱਥੇ ਸਤੀ ਰੂਪ ਵਿੱਚ ਦੁਰਗਾ ਦੀਆਂ ਅੱਖਾਂ ਡਿੱਗੀਆਂ ਸਨ, ਉਸ ਪਹਾੜੀ ਦੀ ਚੋਟੀ ਜਿਸ ਨੂੰ ਅੱਜ ਕੱਲ੍ਹ ਨੈਣਾ ਦੇਵੀ ਦਾ ਪਹਾੜ ਆਖਦੇ ਹਨ, ਜਦੋਂ ਦੁਰਗਾ ਦਾ ਸਤੀ ਰੂਪ ਹੋਇਆ, ਧਾਰਨ ਕੀਤਾ ਉਸਨੇ, ਤਾਂ ਉਸ ਸਤੀ ਰੂਪ ਦੇ ਵਿੱਚ ਦੁਰਗਾ ਦੀਆਂ ਅੱਖਾਂ ਇਸ ਨੈਣਾ ਦੇਵੀ ਵਾਲੇ ਪਹਾੜ ਉੱਤੇ ਡਿੱਗ ਪਈਆਂ। ਤਾਂ ਉਸ ਪਹਾੜ ਦੀ ਚੋਟੀ ਉੱਤੇ ਅੱਜ ਕੱਲ੍ਹ ਉਸ ਮੰਦਰ ਨੂੰ ਕਹਿੰਦੇ ਨੈਣਾ ਦੇਵੀ ਦਾ ਮੰਦਰ। ਨੈਣਾ ਮਤਲਬ ਅੱਖਾਂ। ਨੇਤਰ ਤੁੰਗ ਦੁਰਗਾ ਦੇਵੀ ਦੀਆਂ ਅੱਖਾਂ। ਚਰਨ ਮੀਨਸ ਉਹ ਜਿਹੜਾ ਪਹਾੜ ਹੈ ਜਿਸ ਨੂੰ ਨੈਣਾ ਦੇਵੀ ਆਖਿਆ ਜਾਂਦਾ ਹੈ, ਉਸ ਪਹਾੜ ਦੇ ਚਰਨ ਮੀਨਸ ਪੈਰਾਂ ਵਿੱਚ। ਚਰਨ ਮੀਨਸ ਪੈਰ। ਉਸ ਪਹਾੜੀ ਦੇ ਪੈਰਾਂ ਵਿੱਚ ਭਾਵ ਮੁੱਢ ਵਿੱਚ, ਉਹ ਨੈਣਾ ਦੇਵੀ ਵਾਲੇ ਪਹਾੜ ਦੇ ਮੁੱਢ ਵਿੱਚ, ਪੈਰਾਂ ਵਿੱਚ ਦੂਜੇ ਪਾਸੇ ਤਰ। ਤਰ ਮੀਨਸ ਕਿਨਾਰਾ, ਦੂਜੇ ਕਿਨਾਰੇ। ਦੂਜਾ ਕਿਨਾਰਾ ਮਤਲਬ ਜਿੱਥੇ ਗੁਰੂ ਸਾਹਿਬ ਜੀ ਬੈਠੇ ਸਨ ਉਹ ਸਤਲੁਜ ਦਰਿਆ ਦਾ ਦੂਜਾ ਕਿਨਾਰਾ, ਦੂਜੇ ਪਾਸੇ ਨੈਣਾ ਦੇਵੀ ਦਾ ਪਹਾੜ ਹੈ। ਤਰ ਕਿਨਾਰਾ ਦੂਜੇ ਪਾਸੇ ਉਸ ਪਹਾੜ ਦੇ। ਸਤਿਦ੍ਰਵ ਸਤਲੁਜ ਦਰਿਆ ਦਾ ਵਗਦਾ ਪਾਣੀ। ਤੀਰ ਕਿਨਾਰਾ, ਕੰਢਾ, ਤੱਟ ਜੋ ਦਰਿਆ ਦਾ ਕਿਨਾਰਾ ਹੁੰਦਾ ਹੈ। ਠੀਕ ਹੈ। ਚਰਨ ਮੀਨਸ ਪਹਾੜੀ ਦੇ ਪੈਰਾਂ ਵਿੱਚ ਜਾਂ ਮੁੱਢ ਵਿੱਚ। ਤਰ ਮੀਨਸ ਦੂਜੇ ਪਾਸੇ, ਉਸ ਪਾਰ। ਸਤਿਦ੍ਰਵ ਮੀਨਸ ਸਤਲੁਜ ਦਰਿਆ ਦਾ ਪਾਣੀ। ਤੀਰ ਮੀਨਸ ਕਿਨਾਰਾ, ਕੰਢਾ ਵੀ ਕਹਿ ਦਿੰਦੇ ਆਪਾਂ, ਤੱਟ ਵੀ ਲਿਖਿਆ ਜਾਂਦਾ। ਸੋ ਜੋ ਦਰਿਆ ਦਾ ਕਿਨਾਰਾ ਹੈ। ਸੋ ਕਿਨਾਰਾ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇਸ ਤਰ੍ਹਾਂ ਅਰਥ ਕੀਤੇ, ਕਹਿੰਦੇ ਜੋ ਪਾਣੀ ਦੀ ਧਾਰਾ ਤੋਂ 80 ਫੁੱਟ ਜਾਂ ਕਹਿ ਲਓ 20 ਮੀਟਰ ਆ, 80 ਫੁੱਟ ਜਾਂ 20 ਮੀਟਰ ਦੀ ਦੂਰੀ ਉੱਤੇ ਹੋਵੇ, ਉਸ ਨੂੰ ਤੀਰ ਜਾਂ ਕਿਨਾਰਾ ਆਖਦੇ ਆ। 80 ਫਿਟ 20 ਮੀਟਰ। ਤਾਂ ਉਸ ਨੂੰ ਇਸ ਤਰ੍ਹਾਂ ਨਿਪਿਆ ਜਾਂਦਾ ਵੀ ਦਰਿਆ ਦੇ ਵਿਚਕਾਰ ਤੋਂ ਨਾਪੀਏ, ਸੈਂਟਰ ਦੇ ਵਿੱਚੋਂ, ਦਰਿਆ ਦੇ ਸੈਂਟਰ ਦੇ ਵਿੱਚੋਂ ਜੋ 20 ਮੀਟਰ ਦੀ ਲੈਂਥ ਹੈਗੀ ਆ, ਦੂਰੀ ਆ, ਉਸ ਦੀ ਲਾਸਟ ਨੂੰ ਕਿਨਾਰਾ ਕਿਹਾ ਜਾਂਦਾ। ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਤੀਰ ਦੇ ਅਰਥ ਕੀਤੇ ਆ। ਤਰੰਗ ਮੀਨਸ ਪਾਣੀ ਦੀਆਂ ਲਹਿਰਾਂ
ਜਾਂ ਮੌਜਾਂ, ਪਾਣੀ ਦੀ ਲਹਿਰ ਜਾਂ ਮੌਜ। ਤਰੰਗ ਸ਼ਬਦ ਗੁਰਬਾਣੀ ਵਿੱਚ ਵੀ ਬਹੁਤ ਆਉਂਦਾ, ਜਿਵੇਂ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ। ਇੱਕ ਥਾਂ ਤੇ ਹੋਰ ਆਉਂਦਾ, ਜੋ ਜਲ ਤਰੰਗ ਉਠੇ ਬਹੁ ਭਾਤੀ। ਪਾਣੀ ਦੇ ਵਿੱਚੋਂ ਜੋ ਲਹਿਰਾਂ ਉੱਠਦੀਆਂ, ਤਰੰਗਾਂ ਉੱਠਦੀਆਂ ਤੇ ਚਮਕਦੀਆਂ, ਕਈ ਕਈ ਰੰਗਾਂ ਦੇ ਵਿੱਚ ਚਮਕਦੀਆਂ ਲਹਿਰਾਂ ਉੱਠ ਉੱਠ ਕੇ ਸੂਰਜ ਦੀ ਰੋਸ਼ਨੀ ਨਾਲ, ਉਹਨੂੰ ਲਹਿਰ ਤਰੰਗ ਜਾਂ ਮੌਜ ਕਹਿੰਦੇ ਆ। ਪਾਣੀ ਦੀਆਂ ਮੌਜਾਂ, ਪਾਣੀ ਉਛਲਦਾ, ਲਹਿਰਾਂ ਮਾਰਦਾ, ਤਰੰਗ। ਫਿਰ ਅੱਗੇ ਆਉਂਦਾ ਸ਼੍ਰੀ ਭਗਵਤ। ਸ਼੍ਰੀ ਭਗਵਤ ਮੀਨਸ ਉੱਤਮ ਸ੍ਰੇਸ਼ਟ ਪਰਮੇਸ਼ਵਰ, ਸਭ ਤੋਂ ਉੱਤਮ ਤੇ ਸ੍ਰੇਸ਼ਟ ਪਰਮੇਸ਼ਵਰ ਸ਼੍ਰੀ ਭਗਵਤ। ਪੂਰਨ ਕੀਓ ਮੀਨਸ ਪੂਰਾ ਕੀਤਾ। ਰਘਵਰ ਮੀਨਸ ਰਾਮਚੰਦਰ ਦੇ ਅਵਤਾਰ ਦੀ ਕਥਾ ਪ੍ਰਸੰਗ। ਰਘਵਰ ਕਥਾ ਪ੍ਰਸੰਗ, ਰਾਮਚੰਦਰ ਦੇ ਅਵਤਾਰ ਦੀ ਕਥਾ ਵਾਰਤਾ, ਜੀਵਨ ਗਾਥਾ ਪੂਰਨ ਕੀਤੀ, ਪੂਰਨ ਕੀਓ। ਇਸ ਤਰ੍ਹਾਂ ਰਘਵਰ ਮੀਨਸ ਰਾਮਚੰਦਰ, ਕਥਾ ਪ੍ਰਸੰਗ ਮਤਲਬ ਵਾਰਤਾ ਜਾਂ ਜੀਵਨ ਗਾਥਾ, ਹੈ ਨਾ। ਇਸ ਤਰ੍ਹਾਂ ਪੰਕਤੀ ਆਈ ਨਾ, ਸ਼੍ਰੀ ਭਗਵਤ ਪੂਰਨ ਕੀਓ। ਸ਼੍ਰੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਪੂਰਨ ਕੀਤਾ, ਸੰਪੂਰਨ ਕੀਤਾ। ਕੀ ਸੰਪੂਰਨ ਕੀਤਾ? ਰਘਵਰ ਕਥਾ ਪ੍ਰਸੰਗ, ਸ਼੍ਰੀ ਰਾਮਚੰਦਰ ਜੀ ਦੇ ਜੀਵਨ ਦੀ ਗਾਥਾ ਨੂੰ, ਉਸ ਦੇ ਪ੍ਰਸੰਗ ਨੂੰ ਪੂਰਾ ਕੀਤਾ। ਕਿੱਥੇ ਕੀਤਾ? ਨੇਤਰ ਤੁੰਗ ਕੇ ਚਰਨ ਤਰ। ਜਿਹੜਾ ਨੈਣਾ ਦੇਵੀ ਦਾ ਮੰਦਰ ਹੈ, ਉਸ ਪਹਾੜੀ ਦੇ ਮੁੱਢ ਵਿੱਚ ਜਿਹੜਾ ਦਰਿਆ ਵਗਦਾ, ਸਤਲੁਜ ਦਰਿਆ ਵਗਦਾ, ਉਸ ਦੇ ਕਿਨਾਰੇ ਬੈਠ ਕੇ ਪਰਮੇਸ਼ਰ ਦੀ ਕਿਰਪਾ ਨਾਲ ਰਾਮਚੰਦਰ ਦੀ ਅਵਤਾਰ ਦੀ ਗਾਥਾ ਨੂੰ ਪੂਰਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਆਪਣੀ ਬਾਣੀ ਵਿੱਚ ਲਿਖਦੇ ਆ ਕਿ ਜਿਸ ਪਹਾੜੀ ਦੀ ਚੋਟੀ ਉੱਤੇ ਨੈਣਾ ਦੇਵੀ ਦਾ ਸਥਾਨ ਹੈ, ਉਸ ਪਹਾੜੀ ਦੇ ਪੈਰਾਂ ਵਿੱਚ ਸਤਲੁਜ ਦਰਿਆ ਵਗਦਾ, ਜਿਸ ਦੇ ਪਾਣੀ ਦੀਆਂ ਤਰੰਗਾਂ, ਲਹਿਰਾਂ ਬਹੁਤ ਸੁੰਦਰ ਹਨ, ਜਿਸ ਦੇ ਕਿਨਾਰੇ ਬੈਠ ਕੇ ਅਸੀਂ ਰਾਮਾ ਅਵਤਾਰ ਨਾਮ ਦੇ ਸ੍ਰੇਸ਼ਟ ਗ੍ਰੰਥ ਦਾ ਪ੍ਰਸੰਗ ਪੂਰਾ ਕੀਤਾ। ਇਹ ਜਿਹੜਾ ਸਤਲੁਜ ਦਰਿਆ ਨਾ, ਇਹ ਨੈਣਾ ਦੇਵੀ ਪਹਾੜੀ ਅਤੇ ਆਨੰਦਪੁਰ ਦੇ ਵਿਚਕਾਰ ਦੀ ਵਗਦਾ। ਫਿਰ ਅੱਗੇ ਹੋਰ ਪ੍ਰਮਾਣ ਆਉਂਦਾ। ਸੋ ਇਹ ਤਾਂ ਰਾਮਾ ਅਵਤਾਰ ਦਾ ਜਿਹੜਾ ਹੁਣ ਆਪਾਂ ਸਤਿਦ੍ਰਵ ਸ਼ਬਦ ਦੇ ਅਰਥ ਕੀਤੇ ਹੈ, ਇਹ 24 ਅਵਤਾਰ ਦੀ ਬਾਣੀ ਵਿੱਚ ਆਉਂਦਾ। 24 ਅਵਤਾਰ ਦੀ ਬਾਣੀ ਹੈ। ਸੰਮਤ 17 ਸਹਿਸ 55 ਹਾੜ ਬਦੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸਧਾਰਾ ਭੂਲ ਭਰੀ ਲਹੁ ਲਿਹੁ ਸਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤ ਦ੍ਰਵਤੀ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ। ਇਹ 24 ਅਤੇ ਦੋਹਰਾ 24 ਅਵਤਾਰ ਦੀ ਬਾਣੀ ਹੈ। 24 ਅਵਤਾਰ ਦੇ ਵਿੱਚੋਂ ਰਾਮਾ ਅਵਤਾਰ ਦੀ ਬਾਣੀ ਹੈ, 10ਵੇਂ ਪਾਤਸ਼ਾਹ ਜੀ ਦੀ 10ਵੇਂ ਗ੍ਰੰਥ ਵਿੱਚੋਂ। ਹੁਣ ਜਿਹੜਾ ਅਸੀਂ ਸਤਿਦ੍ਰਵ ਦੇ ਅਰਥ ਕਰਾਂਗੇ, ਉਹ ਕਰਾਂਗੇ ਕਬੀਓ ਬਾਚ ਬੇਨਤੀ ਚੌਪੀ ਵਿੱਚੋਂ, ਜੋ ਚਰਿਤ੍ਰੋਪਖਿਆਨ ਗ੍ਰੰਥ ਦੀ ਅਖੀਰਲੀ ਬਾਣੀ ਹੈ। 10ਵੇਂ ਗ੍ਰੰਥ ਵਿੱਚ ਜੋ ਚਰਿਤ੍ਰੋਪਖਿਆਨ 10ਵੇਂ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ, ਅਤੇ ਉਹਦੇ ਅਖੀਰ 'ਤੇ ਸਤਿਗੁਰੂ ਜੀ ਨੇ ਕਬੀਓ ਬਾਚ ਬੇਨਤੀ ਚੌਪੀ ਨਾਮ ਦੀ ਬਾਣੀ ਉਚਾਰਨ ਕੀਤੀ ਹੈ। ਪੂਰਨ ਕਰਕੇ ਚਰਿਤ੍ਰੋਪਖਿਆਨ ਨੂੰ ਪੂਰਨ ਕਰਕੇ ਫਿਰ ਚੌਪੀ ਉਚਾਰਨ ਕੀਤੀ, ਬੇਨਤੀ ਚੌਪੀ। ਵੀ ਉਹ ਸਾਰੀਆਂ ਡਿਟੇਲਜ਼ ਦੇ ਕੇ ਸਤਿਗੁਰੂ ਜੀ ਨੇ ਬਾਅਦ 'ਚ ਬੇਨਤੀ ਕੀਤੀ ਅਕਾਲ ਪੁਰਖ ਅੱਗੇ, ਵੀ ਇਹ ਅਕਾਲ ਪੁਰਖ ਤੇਰੇ ਅੱਗੇ ਬੇਨਤੀ ਆ ਕਿ ਇਹ ਜੋ ਅਸੀਂ ਜੋ ਲਿਖਿਆ ਹੈ ਚਰਿਤ੍ਰੋਪਖਿਆਨ, ਇਸ ਵਿੱਚ ਜੋ ਸਿੱਖਿਆ ਦਿੱਤੀ ਗਈ ਹੈ, ਅਤੇ ਉਸ ਸਿੱਖਿਆ ਨੂੰ ਅਸੀਂ ਸਾਰੇ ਧਾਰਨ ਕਰੀਏ ਅਤੇ ਇਸ ਵਿੱਚ ਲਿਖੇ ਹੋਏ ਵਿਕਾਰਾਂ ਤੋਂ ਬਚੀਏ।
ਇਹ ਬੇਨਤੀ ਕੀਤੀ ਸਤਿਗੁਰੂ ਜੀ ਨੇ। ਸੋ ਇਹ ਜੋ ਚੌਪੀ ਹੈ, ਸੰਮਤ 17 ਸਹਿਸ ਪਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਾਰਾ, ਤੀਰ ਸਤੋ ਦ੍ਰਵ ਗ੍ਰੰਥ ਸੁਧਾਰਾ। ਇਹ ਚੌਪੀ ਹੈ ਜੋ ਇਹ ਪੌੜੀ ਨੰਬਰ 405 ਤੇ ਹੈ। ਕਬੀਰਵਾਜ ਬੇਨਤੀ ਦੀ ਚੌਪੀ ਜੋ ਹੈ ਉਸ ਦੀ 405ਵੀਂ ਪੌੜੀ ਹੈ ਇਹ ਚੌਪੀ ਦੀ। ਚਰਿਤਰੋਪਖਿਆਨ ਤੋਂ ਬਾਅਦ ਕਬੀਰਵਾਜ ਬੇਨਤੀ ਚੌਪੀ ਦੀ ਪਹਿਲੀ ਪੌੜੀ 377 ਤੋਂ ਸ਼ੁਰੂ ਹੁੰਦੀ ਹੈ। ਦਸਮ ਗ੍ਰੰਥ ਦੇ ਮੁਤਾਬਕ, ਚਰਿਤਰੋਪਖਿਆਨ ਗ੍ਰੰਥ ਦੇ ਮੁਤਾਬਕ ਚੌਪੀ ਸਾਹਿਬ ਦੀ ਪਹਿਲੀ ਪੌੜੀ 377 ਤੋਂ ਸ਼ੁਰੂ ਹੁੰਦੀ ਹੈ ਅਤੇ ਅੜਿਲ ਸੁਨੈ ਗੁੰਗ ਜੋ ਜਾਹੇ ਸਰੋਸਨਾ ਪਾਵੀ ਤੱਕ 404 ਪੌੜੀਆਂ ਚੌਪੀ ਸਾਹਿਬ ਦੀਆਂ ਸੰਪੂਰਨਤਾ ਦੀਆਂ ਹਨ। 377 ਤੋਂ ਲੈ ਕੇ ਚੌਪੀ ਸ਼ੁਰੂ ਹੁੰਦੀ ਹੈ, ਪੌੜੀ 377 ਤੋਂ ਸ਼ੁਰੂ ਹੁੰਦੀ ਹੈ ਅਤੇ ਅੜਿਲ ਸੁਨੈ ਗੁੰਗ ਜੋ ਜਾਹੇ ਸਰੋਸਨਾ ਪਾਵੀ ਇੱਥੋਂ ਤੱਕ 404 ਪੌੜੀਆਂ ਚੌਪੀ ਸਾਹਿਬ ਦੀਆਂ ਸੰਪੂਰਨਤਾ ਦੀਆਂ ਹਨ। ਉਂਝ ਗੁਟਕਾ ਸਾਹਿਬ ਵਿੱਚ ਬਾਣੀ ਪ੍ਰੇਮੀਆਂ ਦੀ ਸਹੂਲਤਾਂ ਵਾਸਤੇ ਇਸ ਚੌਪੀ ਸਾਹਿਬ ਦੀਆਂ ਪੌੜੀਆਂ ਦੀ ਗਿਣਤੀ 1 2 3 ਤੋਂ ਲੈ ਕੇ 29 ਤੱਕ ਲਿਖੀ ਗਈ ਹੈ। ਉਹ ਸੀਰੀਅਲ ਨੰਬਰ ਤਾਂ ਗ੍ਰੰਥ ਦੇ ਮੁਤਾਬਕ, ਦਸਮ ਗ੍ਰੰਥ ਦੇ ਮੁਤਾਬਕ ਤਾਂ ਸੀਰੀਅਲ ਪੌੜੀ ਦਾ ਸੀਰੀਅਲ ਨੰਬਰ ਹੈਗਾ 377 ਤੋਂ 404, ਪਰ ਬਾਣੀ ਪ੍ਰੇਮੀਆਂ ਦੀ ਸਹੂਲਤਾਂ ਵਾਸਤੇ ਇਸ ਦੀਆਂ 1 2 3 4 ਕਰਕੇ ਪੌੜੀਆਂ ਲਿਖੀਆਂ ਹੋਈਆਂ। ਕਈ ਉਹਦੇ ਵਿੱਚੋਂ 24 ਪੌੜੀਆਂ ਹੀ ਪੜ੍ਹਦੇ ਆ, ਪਰ ਪੂਰਨ ਸੰਪੂਰਨ ਪੌੜੀ ਹੈਗੀ ਆ 29। ਤਾਂ ਬਾਣੀ ਪ੍ਰੇਮੀਆਂ ਦੀ ਸਹੂਲਤਾਂ ਵਾਸਤੇ ਗੁਟਕਾ ਸਾਹਿਬ ਵਿੱਚ 1 2 3 ਤੋਂ ਲੈ ਕੇ 29 ਪੌੜੀਆਂ ਮਤਲਬ 29 ਪੌੜੀਜ਼ ਕਰਕੇ ਲਿਖ ਦਿੱਤੀ ਹੈ। ਇਸ ਤੋਂ ਅੱਗੇ ਪੌੜੀ 405 ਅੜਿਲ ਸੁਨੈ ਗੁੰਗ ਜੋ ਜਾਹੇ ਸਰੋਸਨਾ ਪਾਵੀ, ਇਹ 404ਵੀਂ ਪੌੜੀ ਹੈ। ਤਾਂ ਇਸ ਤੋਂ ਅੱਗੇ ਜਿਹੜੀ ਪੌੜੀ ਹੈਗੀ ਹੈ 405 ਦੀ ਪੌੜੀ ਹੈ। ਤਾਂ 405 ਵਿੱਚ ਇਸ ਗ੍ਰੰਥ ਦੀ ਸਮਾਪਤੀ ਦੇ ਦਿਨ ਤੇ ਤਾਰੀਖ ਦੀ ਜਾਣਕਾਰੀ ਦਿੱਤੀ ਹੈ। ਸਤਿਗੁਰੂ ਜੀ ਨੇ ਰੈਫਰੈਂਸ ਦਿੱਤਾ ਹੈ ਤਰੀਕ ਤੇ ਦਿਨ ਦਾ। ਇਹ ਬਾਣੀ ਰੂਪ ਵਿੱਚ ਨਹੀਂ ਹੈ, ਕਵਿਤਾ ਰੂਪ ਵਿੱਚ ਨਹੀਂ ਹੈ, ਮਤਲਬ ਇਹ ਆਮ ਬੋਲਾਂ ਵਿੱਚ ਲਿਖੀ ਗਈ ਹੈ। ਜਿਹੜੀ 405ਵੀਂ ਪੌੜੀ ਹੈ ਇਹ ਗ੍ਰੰਥ ਦੀ ਸਮਾਪਤੀ ਦੇ ਦਿਨ ਅਤੇ ਤਾਰੀਖ ਦੀ ਜਾਣਕਾਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਲਿਖ ਦਿੱਤੀ ਹੈ ਉਹ ਸਾਰੀ ਜਾਣਕਾਰੀ। ਪਰ ਇਸ ਤੋਂ ਅੱਗੇ ਵਾਲੀਆਂ ਪੰਕਤੀਆਂ ਕਵਿਤਾ ਰੂਪ ਵਿੱਚ ਨਹੀਂ ਹੈ, ਮਤਲਬ ਬਾਣੀ ਰੂਪ ਵਿੱਚ ਜਾਂ ਕਵਿਤਾ ਰੂਪ ਵਿੱਚ ਨਹੀਂ ਹਨ, ਸਗੋਂ ਆਮ ਬੋਲੀ ਵਿੱਚ ਸ਼ਬਦ ਵਰਤੇ ਗਏ ਹਨ। ਜਿਵੇਂ ਇਤ ਸ੍ਰੀ ਚਰਿਤਰੋਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤਰ ਸਮਾਪਤਮ ਮਸਤ ਸ਼ੁਭ ਮਸਤ। ਸੋ ਉੱਥੇ ਗ੍ਰੰਥ ਦੇ ਵਿੱਚ ਲਿਖਿਆ 404 ਚਰਿਤਰ ਸਮਾਪਤਮ। ਸੋ ਸੰਪਰਦਾਇ ਗੁਟਕੇ ਜੋ ਟਕਸਾਲ ਵਾਲਾ ਗੁਟਕਾ ਹੈ ਉਹਦੇ ਵਿੱਚ ਇੱਦਾਂ ਲਿਖਿਆ 404 ਚਰਿਤਰ ਸਮਾਪਤ ਮਸਤ। ਜਿਹੜਾ ਸਮਾਪਤਮ ਵਾਲਾ ਮੰਮਾ ਉਹ 7 ਦੇ ਨਾਲ ਲਾਇਆ ਹੋਇਆ, ਸਮਾਪਤ ਮਸਤ ਸ਼ੁਭ ਮਸਤ। ਪਰ ਉੱਥੇ ਦਸਮ ਗ੍ਰੰਥ ਦੇ ਵਿੱਚ ਜੋ ਚੌਪੀ ਸਾਹਿਬ ਦਰਜ ਆ ਉੱਥੇ ਇਸ ਤਰ੍ਹਾਂ ਲਿਖਿਆ 404 ਚਰਿਤਰ ਸਮਾਪਤਮ, ਫਿਰ 7 ਇਕੱਲਾ, 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7 ਸ਼ੁਭਮ 7, 404 ਚਰਿਤਰ ਸਮਾਪਤਮ 7 ਸ਼ੁਭਮ 7, ਇੱਦਾਂ ਲਿਖਿਆ ਹੋਇਆ ਉੱਥੇ। 404 ਚਰਿਤਰ ਸਮਾਪਤਮ 7
ਸੋ ਇਹ ਆਮ ਬੋਲੀ ਵਾਂਗੂ ਵਰਤੇ ਗਏ ਸ਼ਬਦ ਹੈ, ਇਹਦਾ ਕਵਿਤਾ ਰੂਪ ਨਹੀਂ ਹੈ, ਇਹਦਾ ਕੋਈ ਸਮਤੋਲ ਨਹੀਂ ਕੀਤਾ ਗਿਆ, ਸਿੱਧਾ ਸ਼ਬਦ ਲਿਖੇ ਗਏ, ਸਿੱਧੀ ਬੋਲੀ ਵਿੱਚ ਗੱਲ ਵਾਂਗੂ ਲਿਖੇ ਆ। ਇਤ ਸ੍ਰੀ ਚਰਿਤ੍ਰੋਪਖਿਆਨੇ ਤ੍ਰੈ ਚਰਿਤਰੇ ਮੰਤਰੀ ਭੂਪ ਸੰਵਾਦੇ 404 ਚਰਿਤ੍ਰ ਸਮਾਪਤਮ ਮਾਸ ਸੱਤ ਸੁਭਮ ਸੱਤ। ਫਿਰ ਇੱਥੇ ਅੱਗੇ ਨੰਬਰ ਲਿਖਿਆ 404, ਕਿਉਂਕਿ 405ਵਾਂ ਪੌੜੀ 'ਚ ਨਹੀਂ ਨਾ, ਇਹ 405ਵਾਂ ਇਹ ਹੈਗਾ, ਪਰ ਇਹ ਪੌੜੀ ਨਹੀਂ ਗਿਣਿਆ, ਇਹਨੂੰ ਪੌੜੀ ਦੀ ਗਿਣਤੀ 'ਚ ਨਹੀਂ ਲਿਆਂਦਾ, ਇਹਨੂੰ ਸਿਰਫ ਰੈਫਰੈਂਸ ਦੇ ਵਿੱਚ ਗਿਣਿਆ ਗਿਆ। ਤਾਂ ਇਸ ਕਰਕੇ ਉਸ ਦਸਮ ਗ੍ਰੰਥ ਦੇ ਜੋ ਨੰਬਰ ਲਾਸਟ 'ਤੇ ਦਿੱਤੇ ਗਏ ਹਨ 404, ਫਿਰ 2 ਡੰਡੀਆਂ ਲਾ ਕੇ 7539, 7539 ਮਤਲਬ 7 5 3 9। ਫਿਰ ਅੱਗੇ ਲਿਖਿਆ ਹੋਇਆ 2 ਡੰਡੀਆਂ ਲਾ ਕੇ ਸਮਾਪਤਮ, ਮਤਲਬ ਇੱਥੇ ਚਰਿਤ੍ਰੋਪਖਿਆਨ ਜੋ ਹੈ ਚੌਪੀ ਸਾਹਿਬ ਤੋਂ ਬਾਅਦ ਪੂਰੀ ਕੰਪਲੀਟਲੀ ਉਹਦੀ ਸਮਾਪਤੀ ਹੋ ਜਾਂਦੀ ਹੈ, ਸਮਾਪਤਮ ਲਿਖਿਆ ਹੋਇਆ ਉੱਥੇ। ਇਸ ਪ੍ਰਕਾਰ ਸੋ ਇਸ ਵਿੱਚ ਜਿਹੜਾ ਸਤਿਦ੍ਰਵ ਗ੍ਰੰਥ ਵਰਤਿਆ ਸ਼ਬਦ ਵਰਤਿਆ ਗਿਆ, ਉਹਦੇ ਆਪਾਂ ਅਰਥ ਕਰਦੇ ਹਾਂ। ਸੋ ਜਿਸ ਸਥਾਨ ਦੇ ਉੱਤੇ ਇਸ ਬਾਣੀ ਦਾ ਉਚਾਰਨ ਕੀਤਾ, ਜਿਹੜੀ ਉਹ ਪਹਿਲਾਂ ਆਪਾਂ ਪੜ੍ਹੇ ਸੀ ਨਾ, ਸੰਮਤ 17 ਸਹਿਸ 55 ਹਾੜਵਦੀ ਪਿਰਥਮ ਸੁਖਦਾਵਨ, ਉਹ ਜਿਹੜੀਆਂ ਚੌਪੀ ਤੇ ਦੋਹਰਾ ਹੈ, ਉਹ 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਕਿਨਾਰੇ ਬੈਠ ਕੇ ਜਦੋਂ ਰਾਮਾ ਅਵਤਾਰ ਗ੍ਰੰਥ ਪੂਰਾ ਕੀਤਾ, ਉਹ ਦੋਹਰਾ ਤੇ ਚੌਪੀ ਸਭ ਉੱਥੇ ਉਚਾਰਨ ਕੀਤੇ ਗਏ ਸੀ। ਜਿਹੜੇ ਆਪਾਂ ਹੁਣ ਪੜ੍ਹ ਰਹੇ ਹਾਂ ਚੌਪੀ ਸਾਹਿਬ, ਸੰਮਤ 17 ਸਹਿਸ 55 ਅਰਧ ਸਹਿਸ 3 ਕੀ ਹਿੱਜੈ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਿਦ੍ਰਵ ਗ੍ਰੰਥ ਸੁਧਾਰਾ, ਇਹ ਜਿਹੜੀਆਂ ਪੰਗਤੀਆਂ ਹਨ ਇਹ ਚੌਪੀ ਸਾਹਿਬ ਦੀ ਦੀਆਂ ਚਰਿਤ੍ਰੋਪਖਿਆਨ ਤੋਂ ਬਾਅਦ ਜਿਹੜੀ ਚੌਪੀ ਸਾਹਿਬ ਆਉਂਦੀ ਉਹਦੀਆਂ ਅਖੀਰਲੀਆਂ ਪੌੜੀਆਂ, ਅਖੀਰਲੀਆਂ ਪੰਗਤੀਆਂ ਇਹ। ਸੋ ਇਹ ਗੁਰੂ ਸਾਹਿਬ ਜੀ ਨੇ ਹੋਰ ਥਾਂ 'ਤੇ ਉਚਾਰਨ ਕੀਤੀ ਹੈ। ਜਿਸ ਸਥਾਨ ਉੱਤੇ ਇਸ ਬਾਣੀ ਦਾ ਉਚਾਰਨ ਕਰਕੇ ਸਮਾਪਤੀ ਕੀਤੀ ਗਈ ਸੀ, ਉਸ ਸਥਾਨ ਦਾ ਨਾਮ ਗੁਰਦੁਆਰਾ ਬਿਭੌਰ ਸਾਹਿਬ ਹੈ। ਕਈ ਉਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਚੌਪੀ ਸਾਹਿਬ ਵੀ ਕਹਿੰਦੇ ਆ, ਪਰ ਲਿਖਤ ਦੇ ਵਿੱਚ ਬਿਭੌਰ ਸਾਹਿਬ ਆਉਂਦਾ, ਗੁਰਦੁਆਰਾ ਬਿਭੌਰ ਸਾਹਿਬ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੋਰਡ ਲੱਗਿਆ ਹੋਇਆ, ਗੁਰਦੁਆਰਾ ਬਿਭੌਰ ਸਾਹਿਬ ਦੇ ਅੰਦਰ ਇੱਕ ਬੋਰਡ ਲੱਗਿਆ ਹੋਇਆ, ਜਿਸ ਉੱਤੇ ਇਸ ਤਰ੍ਹਾਂ ਲਿਖਿਆ, ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ। ਇੱਥੋਂ ਦੇ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਉੱਤੇ ਕਈ ਮਹੀਨੇ ਬਿਰਾਜੇ ਸਨ। ਫਿਰ ਉਹਦੇ ਨਾਲ ਚੌਪੀ ਦੀਆਂ ਪੰਗਤੀਆਂ ਲਿਖੀਆਂ। ਚੌਪਈ ਸੰਮਤ 17 ਸਹਿਸ 55 ਅਰਧ ਸਹਿਸ 3 ਕੀ ਹਿੱਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਿਦ੍ਰਵ ਗ੍ਰੰਥ ਸੁਧਾਰਾ। ਫਿਰ ਉਹਦੇ ਥੱਲੇ ਡਿਟੇਲ ਲਿਖੀ ਹੈ ਬੋਰਡ ਦੇ ਉੱਤੇ ਕਿ ਸੰਮਤ 1753 ਭਾਦਰੋਂ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸਤਲੁਜ ਕੰਢੇ ਉੱਤੇ ਇਸ ਪਵਿੱਤਰ ਸਥਾਨ ਉੱਤੇ ਬੈਠ ਕੇ ਚੌਪੀ ਸਾਹਿਬ ਜੀ ਦਾ ਉਚਾਰਨ ਕੀਤਾ ਸੀ। ਥੱਲੇ ਲਿਖਿਆ ਦਾਸ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ। ਇਸ ਤਰ੍ਹਾਂ ਇਹ ਬੋਰਡ ਦੇ ਉੱਪਰ ਨੋਟਸ ਲਿਖਿਆ ਸਪੈਸ਼ਲ ਵੀ ਇਹ ਜਿਹੜਾ ਗੁਰਦੁਆਰਾ ਹੈ ਬਿਭੌਰ ਸਾਹਿਬ, ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਸੰਮਤ 1753 ਵਿੱਚ ਐਤਵਾਰ ਵਾਲੇ ਦਿਨ, ਭਾਦੋਂ ਦਾ ਮਹੀਨਾ ਸੀ, ਇੱਥੇ ਬੈਠ ਕੇ ਸਤਿਗੁਰੂ ਜੀ ਨੇ ਚੌਪੀ ਸਾਹਿਬ ਦਾ ਉਚਾਰਨ ਕੀਤਾ। ਇਸ ਕਰਕੇ ਕਈ ਪ੍ਰੇਮੀ ਉਸ ਗੁਰਦੁਆਰੇ ਨੂੰ ਚੌਪੀ ਸਾਹਿਬ ਗੁਰਦੁਆਰਾ ਵੀ ਕਹਿ ਦਿੰਦੇ ਆ। ਸੋ ਹੁਣ ਆਪਾਂ ਇਹ ਜੋ ਚੌਪੀ
हैगी आ संमत 17 सहस पणिजै अर्ध सहस पुन 3 कीजै। ਇਹ ਚੌਪੀ ਸਾਹਿਬ ਦੀ 405ਵੀਂ ਪੌੜੀ ਆ। ਸੋ ਇਸ ਦੇ ਅਰਥ ਇਸ ਪ੍ਰਕਾਰ ਹਨ। ਸੰਬਤ ਮੀਨਸ ਸੰਮਤ ਜਾਂ ਸਾਲ, 17 ਮੀਨਸ 17, ਸਹਿਸ ਮੀਨਸ 100, ਅਰਧ ਸਹਿਸ ਮੀਨਸ ਅੱਧਾ ਸਾਲ ਮਤਲਬ 50 ਮੀਨ ਸਹਿਸ ਅਰਧ ਸਹਿਸ 100 ਦਾ ਅੱਧ, 100 ਦਾ ਅਰਧ, ਅਰਧ ਸਹਿਸ ਅਰਧ ਮਤਲਬ ਅੱਧਾ, ਸਹਿਸ ਮਤਲਬ 100, 100 ਦਾ ਅੱਧ 50, ਫੁਨ ਮਤਲਬ ਅਤੇ 3 3, ਅਰਧ ਸਹਿਸ ਫੁਨ 3, 50 ਸਾਲ ਅਤੇ 3, 50 ਸਾਲ ਅਤੇ 3, ਅਰਧ ਸਹਿਸ ਫੁਨ ਮੀਨਸ ਅਤੇ ਅੱਗੇ ਲਿਖਿਆ 3, ਅਰਧ ਸਹਿਸ ਫੁਨ 3, 50 ਸਾਲ ਅਤੇ 3 ਕਿੰਨੇ ਬਣ ਗਏ? 50 ਤੇ 3 53। ਕਿਹਜੈ ਮਤਲਬ ਕਹਿ ਲਵੋ, ਕਿਹਜੈ ਮਤਲਬ ਜੋੜ ਲਵੋ। 1700 ਦੇ ਨਾਲ 50 ਤੇ 50 ਦੇ ਨਾਲ 3 ਹੋਰ ਜੋੜ ਲਵੋ, 3 ਕਿਹਜੈ। 50 ਦੇ ਨਾਲ 3 ਹੋਰ ਜੋੜ ਲਵੋ, ਕਿੰਨੇ ਬਣ ਗਏ? 53। 1753 ਸੰਮਤ 17 ਸਹਿਸ 1700, ਸੰਮਤ 1700, ਅਰਧ ਸਹਿਸ ਫੁਨ 3 ਕਿਹਜੈ। 50 ਦੇ ਵਿੱਚ 3 ਹੋਰ ਜੋੜ ਕੇ 53, 1753 ਹੋ ਗਿਆ ਨਾ। ਇਸ ਤਰ੍ਹਾਂ ਭਣੀਜੈ ਦਾ ਮਤਲਬ ਹੋ ਗਿਆ ਉਚਾਰਨ ਕੀਤਾ। ਸੰਮਤ 17 ਸਹਿਸ ਭਣੀਜੈ 1753 ਦੇ ਵਿੱਚ ਅਸੀਂ ਇਹ ਚੌਪੀ ਸਾਹਿਬ ਦੀ ਬਾਣੀ ਨੂੰ ਉਚਾਰਨ ਕੀਤਾ। ਮਤਲਬ 1753 ਨੂੰ ਉਚਾਰਨ ਕੀਤਾ। ਭਾਦਰਵ ਮਤਲਬ ਭਾਦੋਂ ਦਾ ਮਹੀਨਾ, ਭਾਦਰਵ ਮੀਨਸ ਭਾਦੋਂ ਦਾ ਮਹੀਨਾ ਸੀ। ਸੁਦੀ ਅਸ਼ਟਮੀ, ਸੁਦੀ ਪੱਖ ਦੀ 8ਵੀਂ ਸੀ। ਉੱਥੇ ਵਧੀ ਪੱਖ ਸੀ ਨਾ, ਤਾਂ ਇੱਥੇ ਆ ਗਈ ਸੁਦੀ, ਯਾਨੀ ਕਿ ਮੱਸਿਆ ਤੋਂ 8 ਦਿਨ ਬਾਅਦ ਵਾਲੇ ਦਿਨ ਨੂੰ ਸੁਦੀ ਕਹਿੰਦੇ ਆ। ਭਾਦਰਵ ਸੁਦੀ ਅਸ਼ਟਮੀ, ਭਾਦੋਂ ਦਾ ਮਹੀਨਾ ਸੀ ਤੇ ਮੱਸਿਆ ਤੋਂ ਬਾਅਦ 8ਵਾਂ ਦਿਨ ਸੀ, ਜਿਸ ਨੂੰ ਅਸ਼ਟਮੀ ਵੀ ਕਹਿੰਦੇ ਆ। ਮੱਸਿਆ ਤੋਂ ਬਾਅਦ ਵਾਲੇ ਦਿਨ ਨੂੰ ਸੁਦੀ ਆਖਦੇ ਆ ਤੇ ਪੁੰਨਿਆਂ ਤੋਂ ਬਾਅਦ ਵਾਲੇ ਦਿਨ ਨੂੰ ਵਧੀ ਆਖਦੇ ਆ। ਰਵਿਵਾਰਾ ਮਤਲਬ ਐਤਵਾਰ ਦਾ ਦਿਨ ਸੀ। ਤੀਰ ਮਤਲਬ ਕਿਨਾਰਾ। ਸਤਦ੍ਰਵ ਮੀਨਸ ਸਤਲੁਜ ਦਰਿਆ। ਗ੍ਰੰਥ ਸੁਧਾਰਾ ਮੀਨਸ ਉਹ ਗ੍ਰੰਥ ਜਿਸ ਦੀ ਵਿਚਾਰਧਾਰਾ ਬਹੁਤ ਉੱਤਮ ਹੈ, ਜਿਸ ਵਿੱਚ ਸ਼ੁੱਧ ਆਚਰਣ ਦਾ ਸੰਖੇਪ ਲਿਖਿਆ ਹੋਇਆ। ਉਹ ਗ੍ਰੰਥ ਜਿਸ ਗ੍ਰੰਥ ਦੇ ਵਿੱਚ ਜੀਵਨ ਦੇ ਸ਼ੁੱਧ ਆਚਰਣ ਦਾ ਸੰਖੇਪ ਲਿਖਿਆ ਗਿਆ ਹੈ, ਉਸ ਗ੍ਰੰਥ ਦੀ ਉੱਤਮ ਤੇ ਉੱਚੀ ਵਿਚਾਰਧਾਰਾ ਨੂੰ ਅਸੀਂ ਇਸ ਦਿਨ ਤੇ ਪੂਰਿਆਂ ਕੀਤਾ। ਸੋ ਆਪਾਂ ਥੋੜ੍ਹਾ ਜਿਹਾ ਭਾਵ ਅਰਥ ਦੇ ਨਾਲ ਡਿਟੇਲ ਨਾਲ ਪੜ੍ਹ ਲਈਏ ਹੁਣ ਇਸ ਨੂੰ। ਇਹ ਚੌਪੀ ਸਾਹਿਬ ਜੀ ਦਾ ਅਖੀਰਲਾ ਪਦਾ ਹੈ ਅਤੇ ਭਾਵ ਇਹ ਚੌਪੀ ਸਾਹਿਬ ਦੀ ਅਖੀਰਲੀ ਪੌੜੀ ਹੈ। ਇੱਥੇ ਗੁਰੂ ਜੀ ਉਸ ਸਮੇਂ ਦੀ ਗੱਲ ਕਰ ਰਹੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚੌਪੀ ਸਾਹਿਬ ਉਚਾਰਨ ਕੀਤੀ ਸੀ ਅਤੇ ਉਹ ਸਥਾਨ ਗੁਰਦੁਆਰਾ ਪਾਉਂਟਾ ਸਾਹਿਬ ਦੇ ਇਲਾਕੇ ਵਿੱਚ ਗੁਰਦੁਆਰਾ ਬਿਭੌਰ ਸਾਹਿਬ ਦੇ ਨਾਮ ਨਾਲ ਸੁਭਾਇਮਾਨ ਹੈ। ਗੁਰੂ ਜੀ ਲਿਖਦੇ ਹਨ ਕਿ ਜਦੋਂ ਅਸੀਂ ਚਰਿਤਰੋਪਖਿਆਨ ਗ੍ਰੰਥ ਦੇ ਅਖੀਰ ਵਿੱਚ ਚੌਪੀ ਦਾ ਉਚਾਰਨ ਕੀਤਾ
ਤਾਂ ਉਸ ਵੇਲੇ ਬਿਕਰਮੀ ਸੰਮਤ 1753 ਸੀ ਅਤੇ ਭਾਦੋਂ ਮਹੀਨੇ ਦੇ ਸੁਦੀ ਪੱਖ ਦੀ 8ਵੀਂ ਸੀ, ਭਾਵ ਮੱਸਿਆ ਤੋਂ ਬਾਅਦ 8ਵਾਂ ਦਿਨ ਸੀ ਅਤੇ ਐਤਵਾਰ ਦਾ ਦਿਨ ਸੀ। ਇਸ ਗ੍ਰੰਥ ਨੂੰ ਅਸੀਂ ਦਰਿਆ ਦੇ ਵਗਦੇ ਪਾਣੀ ਦੇ ਕਿਨਾਰੇ ਬੈਠ ਕੇ ਸੰਪੂਰਨ ਕੀਤਾ ਹੈ। ਇਹ ਜੋ ਗ੍ਰੰਥ ਹੈ, ਇਸ ਦੀ ਵਿਚਾਰਧਾਰਾ ਬਹੁਤ ਉੱਤਮ ਹੈ ਅਤੇ ਇਸ ਵਿੱਚ ਸ਼ੁੱਧ ਆਚਰਣ ਦਾ ਸੰਖੇਪ ਉਪਦੇਸ਼ ਕੀਤਾ ਗਿਆ ਹੈ। ਇਸ ਪ੍ਰਕਾਰ ਹੁਣ ਸਤਿਦ੍ਰੋਹ ਸ਼ਬਦ ਦਾ ਆਪਾਂ ਥੋੜ੍ਹਾ ਜਿਹਾ ਖੁਲਾਸਾ, ਉਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੋ ਸੰਮਤ 17 ਸਹਿਸ ਪਣੀਜੈ ਅਰਧ ਸਹਿਸ ਪੁਨਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤਿਦ੍ਰੋਹ ਗ੍ਰੰਥ ਸੁਧਾਰਾ। ਇਹ ਜੋ ਗੁਰਬਾਣੀ ਦਾ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਹੈ, ਚਰਿਤ੍ਰੋਪਖਿਆਨ ਵਿੱਚੋਂ ਹੈ ਅਤੇ 10ਮ ਗ੍ਰੰਥ ਦੇ ਅੰਗ 1388 ਉੱਪਰ ਸੁਭਾਇਮਾਨ ਹੈ। 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਚਰਿਤ੍ਰੋਪਖਿਆਨ ਦੇ ਵਿੱਚੋਂ ਇਹ ਚੌਪੀ ਹੈ ਅਤੇ ਇਹ 10ਮ ਗ੍ਰੰਥ ਦੇ 1388 ਉੱਪਰ ਸੁਭਾਇਮਾਨ ਹੈ। 1388 ਚੌਪੀ ਸਾਹਿਬ ਦੀ ਅਖੀਰਲੀ ਅਤੇ 29ਵੀਂ ਪੌੜੀ ਦਾ ਪਤਾ ਹੈ। ਇਹ ਜੋ 10ਮ ਗ੍ਰੰਥ ਦੇ 1388 ਅੰਗ ਉੱਪਰ ਹੈ। ਚੌਪੀ ਸਾਹਿਬ ਚਰਿਤ੍ਰੋਪਖਿਆਨ ਗ੍ਰੰਥ ਦੀ ਅਖੀਰਲੀ ਬਾਣੀ ਆ। ਇਸ ਗ੍ਰੰਥ ਦੀ ਸੰਪੂਰਨਤਾ ਗੁਰੂ ਜੀ ਨੇ ਚੌਪੀ ਸਾਹਿਬ ਨਾਲ ਕੀਤੀ ਅਤੇ ਇਸ ਗ੍ਰੰਥ ਨੂੰ ਗੁਰੂ ਜੀ ਨੇ ਬਿਕਰਮੀ ਸੰਮਤ 1753 ਭਾਦਰੋਂ ਸੁਦੀ 8 ਐਤਵਾਰ ਵਾਲੇ ਦਿਨ ਪੂਰਾ ਕੀਤਾ ਸੀ। ਉਸ ਸਥਾਨ ਉੱਤੇ ਅੱਜ ਕੱਲ੍ਹ ਗੁਰਦੁਆਰਾ ਬਿਭੌਰ ਸਾਹਿਬ ਮੌਜੂਦ ਹੈ, ਜੋ ਪੌਂਟਾ ਸਾਹਿਬ ਦੇ ਇਲਾਕੇ ਵਿੱਚ ਹੈ। ਜਦੋਂ ਗੁਰੂ ਜੀ ਇੱਧਰ ਨਾਹਨ ਦੇ ਰਾਜੇ ਨੂੰ ਮਿਲਣ ਆਏ ਸੀ ਅਤੇ ਇੱਧਰ ਰਹਿੰਦਿਆਂ ਹੀ ਗੁਰੂ ਜੀ ਦਾ ਪਹਾੜੀ ਰਾਜਿਆਂ ਨਾਲ ਭੰਗਾਣੀ ਦਾ ਯੁੱਧ ਹੋਇਆ ਸੀ। ਦੂਜਾ ਜਿਹੜਾ ਪਤਾ ਹੈਗਾ ਉਹਦੀ ਡਿਟੇਲ ਇਸ ਪ੍ਰਕਾਰ ਆ। ਸੰਮਤ 17 ਸਹਿਜ 55 ਹਾੜ ਬਦੀ ਪ੍ਰਿਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਹੁ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਿਦ੍ਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਬਰ ਕਥਾ ਪ੍ਰਸੰਗ। ਸੋ ਇਹਦੀ ਡਿਟੇਲ ਇਸ ਪ੍ਰਕਾਰ ਹੈ। ਇਹ ਜੋ ਪ੍ਰਾਚੀਨ ਸਿੰਘਾਂ ਵੱਲੋਂ ਪੁਰਾਤਨ ਰਹਿਰਾਸ ਸਾਹਿਬ ਵਾਲੀ ਚੌਪੀ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ ਪਤਾ, ਪਰ ਇਹ ਅੰਮ੍ਰਿਤ ਬਾਣੀ ਵਾਲੀ ਚੌਪੀ ਸਾਹਿਬ ਦਾ ਹਿੱਸਾ ਨਹੀਂ ਆ। ਜਿਹੜੀ ਚੌਪੀ ਸਾਹਿਬ ਅਸੀਂ ਅੰਮ੍ਰਿਤ ਤਿਆਰ ਕਰਨ ਵੇਲੇ 5 ਬਾਣੀਆਂ ਵਿੱਚ ਪੜ੍ਹਦੇ ਹਾਂ ਜਾਂ 5 ਬਾਣੀਆਂ ਦੇ ਨਿਤਨੇਮ ਦੇ ਵਿੱਚ, ਇਹ ਦੋਹਰੇ ਦਰਜ ਨਹੀਂ ਆ। ਇਹ ਰਹਿਰਾਸ ਸਾਹਿਬ ਦੇ ਵਿੱਚ ਦੋਹਰੇ ਦਰਜ ਹੈ। ਰਹਿਰਾਸ ਵਾਲੀ ਚੌਪੀ ਦੇ ਵਿੱਚ ਜੋ ਪੁਰਾਤਨ ਰਹਿਰਾਸ ਸਾਹਿਬ ਹੈ ਉਹਦੇ ਵਿੱਚ ਦਰਜ ਹੈ। ਇਹ 10ਮ ਗ੍ਰੰਥ ਦੇ 254 ਅੰਗ ਉੱਪਰ ਦਰਜ ਹੈ। 254 ਅੰਗ ਦੇ ਉੱਪਰ ਸੁਭਾਇਮਾਨ ਹੈ। ਇਹ ਚੌਪੀ ਦਾ ਪਤਾ ਅਤੇ ਦੋਹਰਾ ਗੁਰੂ ਜੀ ਦੀ ਲਿਖਤ 24 ਅਵਤਾਰ ਗ੍ਰੰਥ ਵਿੱਚੋਂ ਰਾਮਾ ਅਵਤਾਰ ਦੀ ਗਾਥਾ ਦਾ ਅਖੀਰਲਾ ਹਿੱਸਾ ਹੈ। ਇਸ ਗਾਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਿਕਰਮੀ ਸੰਮਤ 1755 ਹਾੜਵਦੀ 1 ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਪੂਰਾ ਕੀਤਾ ਸੀ। ਸੋ ਇਹ ਸਤਿਦ੍ਰੋਹ ਜੋ ਸ਼ਬਦ ਹੈ, 2 ਤਰ੍ਹਾਂ ਦੇ ਸ਼ਬਦ ਆਏ ਆ ਅਤੇ ਦੋਵੇਂ ਅਲੱਗ ਅਲੱਗ ਸਥਾਨਾਂ ਦੇ ਉੱਪਰ ਸੁਭਾਇਮਾਨ ਹੈ। 10ਮ ਗ੍ਰੰਥ ਦੀ ਬਾਣੀ, ਬਟ ਇੱਕ ਜੋ ਸ਼ਲੋਕ ਹੈ ਉਹ ਰਾਮਾ ਅਵਤਾਰ ਦਾ, ਸੰਮਤ 17 ਸਹਿਸ 55 ਇਹ ਵਾਲਾ ਜੋ ਹੈ ਇਹ ਰਾਮਾ ਅਵਤਾਰ ਦਾ ਸ਼ਬਦ ਹੈ ਅਤੇ ਸੰਮਤ 17 ਸਹਿਸ ਪਣੀਜੈ ਅਰਧ ਸਹਿਸ ਪੁਨਤੀਨ ਕਹਿਜੈ ਇਹ ਜੋ ਚੌਪੀ ਹੈ ਪਤਾ ਹੈ ਇਹ ਚਰਿਤ੍ਰੋਪਖਿਆਨ ਦਾ। ਦੋਵੇਂ ਅਲੱਗ ਅਲੱਗ ਥਾਵਾਂ ਦੇ ਪਦੇ ਹਨ ਪਰ ਰਹਿ ਰਸ ਦੇ ਵਿੱਚ ਦੋਵੇਂ ਹੀ ਦਰਜ ਹਨ।
ਸੋ ਹੁਣ ਆਪਾਂ ਸਤਿਦ੍ਰਵ ਦੇ ਅਰਥ ਸਰਵਣ ਕੀਤੇ ਸਾਰੀ ਸੰਗਤ ਨੇ। ਸਤਿਦ੍ਰਵ ਦਾ ਅਰਥ ਬਣ ਗਿਆ ਸਤਲੁਜ ਦਰਿਆ ਦਾ ਪਾਣੀ ਜਾਂ 100 ਹਿੱਸਿਆਂ ਵਿੱਚ ਵਗਣ ਵਾਲਾ ਪਾਣੀ। ਇਸ ਤਰ੍ਹਾਂ ਸਤਿਦ੍ਰਵ ਦੇ ਅਰਥ ਕੀਤੇ। ਤੇ ਸਤਿਦ੍ਰਵ ਮਾਨ ਸਰੋਵਰ ਦੇ ਲਾਗੋਂ ਰਾਵਣ ਰੱਦ ਜੋ ਸਰੋਵਰ ਆ ਉਹਦੇ ਕੋਲੋਂ ਇਹਦੀ ਧਾਰਾ ਨਿਕਲਦੀ ਆ, ਪਾਣੀ ਉੱਥੋਂ ਆਉਂਦਾ ਹੈ ਇਹ, ਤੇ ਅੱਗੇ ਆ ਕੇ ਬਹੁਤ ਵਿਸ਼ਾਲ ਰੂਪ ਧਾਰਨ ਕਰ ਲੈਂਦਾ। ਫਿਰ ਕੁੱਲੂ ਮੰਡੀ, ਬਿਲਾਸਪੁਰ, ਅਨੰਦਪੁਰ ਸਾਹਿਬ, ਰੋਪੜ, ਫਿਰੋਜ਼ਪੁਰ, ਮੁਜ਼ੱਫਰਗੜ੍ਹ ਤੋਂ ਹੁੰਦਾ ਹੋਇਆ ਅੱਗੇ ਜਾ ਕੇ ਜੋ ਦਰਿਆ ਸਿੰਧ ਹੈ ਉਹਦੇ ਵਿੱਚ ਜਾ ਕੇ ਮਿਲ ਜਾਂਦਾ। ਸੋ ਇਸ ਤਰ੍ਹਾਂ ਇਸ ਨੂੰ ਸਤਿਦ੍ਰਵ ਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਦਰਿਆ ਨੂੰ ਸਤਿਦ੍ਰਵ ਸ਼ਬਦ ਦੇ ਨਾਲ ਸੰਬੋਧਿਤ ਕੀਤਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।